ਸਾਈਨ ਕੀਤੀ ਹੋਈ ਚਿੱਠੀ ਦਾ ਉਹ ਆ ਗਈ ਆ। ਕੀ ਸਰਕਾਰ ਜਿਹੜੀਆਂ ਸਾਰੀਆਂ ਮੰਗਾਂ ਮੰਨ ਗਈ ਹੈ ਤੇ ਫਤਿਹ ਮਾਰਚ ਦਾ ਐਲਾਨ ਕਦੋਂ ਤੱਕ ਦਾ ਹੋ ਸਕਦਾ? हम जीते थे, आज भी हम जीतेंगे, कल भी हम जीते थे, आज भी हम जीतेंगे। अगर हमें और भी समय लगेगा तो हमें इतनी कोई जल्दी नहीं है कि हम अपने घरों की वापसी के लिए आए थे। हम अपने हक लेने के लिए आए हैं। वो उनमें से नहीं है जो कि आप आधी रात को आदेश कर देंगे कि जीएसटी लागू होगी, आधी रात को नोटबंदी का कानून पास कर देंगे, आधी रात को कोरोना की घोषणा कर देंगे। ये देश का पेट भरने वाला अन्नदाता है। ये कीड़ी से लेकर के हाथी तक को पालने वाला इंसान है। जिस तरह से अभी टर्न बाय टर्न आ रही है धीरे धीरे उन चीज़ों पे जो एक किसान में उच्च को चाहिए, तो क्या लगता है कि अब ये जो 2-4 चीज़ें रह गई हैं उस पर भी मान जाएगी? पूर्ण रूप से कहती थी इसमें काला कानून के नाम से कोई बिंदु कड़ा है ही नहीं। जब बिंदु कड़ा नहीं था तो उसने प्रधानमंत्री ने स्वयं देश के मीडिया के सामने आकर के क्यों माना कि इसमें कानून में हम कुछ समझा नहीं पाए। वो पूर्ण रूप से ही काला था। ਸਤਿ ਸ਼੍ਰੀ ਅਕਾਲ, ਔਨ-에ਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਉਹ ਖੁਸ਼ੀ ਦਾ ਦਿਨ ਆ ਚੁੱਕਿਆ ਹੋਇਆ ਹੈ। ਖਬਰ ਇਹ ਮਿਲੀ ਹੈ ਕਿ ਅੰਦਰੋਂ ਸਾਈਨ ਜਿਹੜੀ ਹੈ ਲੈਟਰ ਉਹ ਆ ਚੁੱਕੀ ਹੋਈ ਆ ਗਵਰਨਮੈਂਟ ਦੇ ਵੱਲੋਂ। ਇੱਕ ਕੱਲ ਜਿੱਥੇ ਆ ਕੇ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਖਬਰ ਖੁਸ਼ੀ ਦੀ ਉਸ ਹੁਲਾਸ ਨਾਲ ਸੁਣਾਈ ਨਹੀਂ ਸੀ ਗਈ, ਕਿਉਂਕਿ ਇਹ ਖਦਸ਼ਾ ਜ਼ਰੂਰ ਸੀ ਕਿ ਇੱਕ ਕੱਚਾ ਕਾਗਜ਼ ਆਇਆ ਸੀ, ਇੱਕ ਡਰਾਫਟ ਆਇਆ ਸੀ ਜਿਹਦੇ ਉੱਤੇ ਮੰਗਾਂ ਸਰਕਾਰ ਨੇ ਸਾਰੀਆਂ ਮੰਨ ਲਈਆਂ ਸੀ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਸਾਨੂੰ ਉਹੀ ਜਿਹੜਾ ਲੈਟਰ ਚਾਹੀਦੀ ਹੈ ਜਿਹਦੇ ਉੱਤੇ ਪ੍ਰੋਪਰ ਪੱਕੇ ਸਾਈਨ ਹੋਣ, ਪੱਕਾ ਕਾਗਜ਼ ਹੋਵੇ ਜਿਹਦੇ ਉੱਤੇ ਸਾਨੂੰ ਲਿਖਤੀ ਰੂਪ ਦੇ ਵਿੱਚ ਇਹ ਮਿਲ ਜਾਵੇ ਕਿ ਹਾਂ ਸਾਡੀ ਜਿਹੜੀ ਹੈ ਜਿੱਤ ਯਕੀਨੀ ਔਰ ਕਾਨੂੰਨੀ ਤੌਰ ਦੇ ਉੱਤੇ ਉਹਦੇ ਉੱਤੇ ਸਾਈਨ ਕਰ ਦਿੱਤੇ ਗਏ ਆ। ਸੋ ਅੱਜ ਖਬਰ ਇਹ ਮਿਲ ਰਹੀ ਹੈ ਕਿ ਅੰਦਰ ਜਿਹੜੀ ਆ ਚਿੱਠੀ ਉਹ ਆ ਚੁੱਕੀ ਹੋਈ ਆ। ਅੱਜ ਜਿਹੜਾ ਫਾਈਨਲ ਐਲਾਨ ਹੋਊਗਾ। 12 ਵਜੇ ਦੀ ਮੀਟਿੰਗ ਸੀ। ਪਹਿਲਾਂ 32 ਕਿਸਾਨ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਹੈਗੀਆਂ ਉਹਨਾਂ ਦੀ ਮੀਟਿੰਗ ਚੱਲ ਰਹੀ ਆ, ਔਰ ਉਸ ਤੋਂ ਬਾਅਦ ਜਿਹੜੀ ਹਰਿਆਣੇ ਦੀਆਂ ਜਥੇਬੰਦੀਆਂ ਔਰ ਸੰਪੂਰਨ ਜਿਹੜੀ SKM ਹੈਗੀ ਆ ਉਹਦੀ ਮੀਟਿੰਗ ਹੋਊਗੀ। ਉਹਦੀ ਮੀਟਿੰਗ ਹੋਣ ਤੋਂ ਬਾਅਦ ਫਾਈਨਲ ਐਲਾਨ ਹੋਊਗਾ। 11 ਤਰੀਕ ਨੂੰ ਫਤਿਹ ਮਾਰਚ ਦਾ ਐਲਾਨ ਹੋ ਸਕਦਾ। ਇੱਕ ਦਿਨ ਦਿੱਤਾ ਜਾਊਗਾ ਲੋਕਾਂ ਨੂੰ ਕਿ ਜਿਹਦੇ ਨਾਲ ਆਪਣੀਆਂ ਜਿਹੜੀਆਂ ਘਰ-ਬਾਰ ਬਣੇ ਹੋਏ ਆ ਲੋਕਾਂ ਦਾ ਸਮਾਨ ਜਿਹੜਾ ਉਹ ਸਮੇਟਣਾ ਸੌਖਾ ਹੋ ਜਾਵੇ। ਔਰ ਇਹਦੇ ਨਾਲ ਹੋ ਸਕਦਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ 1 ਜਾਂ 2 ਦਿਨ ਦੇ ਬਾਅਦ ਦੀ ਕਾਲ ਹੋਊਗੀ ਜਿੱਥੇ ਜਾ ਕੇ ਦਰਬਾਰ ਸਾਹਿਬ ਜਾ ਕੇ ਸ਼ੁਕਰਾਨੇ ਦੇ ਵਜੋਂ ਨਤਮਸਤਕ ਹੋਣਗੇ ਲੋਕ। ਜਿਹੜੇ ਲੰਬੇ ਕਾਫਲੇ ਆ ਉਹਨਾਂ ਨੂੰ ਰਸਤੇ ਦੇ ਵਿੱਚ 1-2 ਜਗ੍ਹਾ ਕੁਝ ਇਤਿਹਾਸਕ ਗੁਰਦੁਆਰੇ ਹੈਗੇ ਆ, ਚਾਹੇ ਉਹ ਫਤਿਹਗੜ੍ਹ ਸਾਹਿਬ ਆ, ਚਾਹੇ ਇੱਦਾਂ ਦੇ ਕੋਈ ਹੋਰ ਗੁਰਦੁਆਰੇ ਜਿਹੜੇ ਰਸਤਿਆਂ ਦੇ ਵਿੱਚ ਪੈਂਦੇ ਆ, ਉੱਥੇ ਜਾ ਕੇ ਜਿਹੜੇ ਲੋਕ ਹੈਗੇ ਆਪਣਾ ਪੜਾਅ ਕਰਨਗੇ ਤੇ ਉਸ ਤੋਂ ਬਾਅਦ ਅਗਲਾ ਸਫ਼ਰ ਤੈਅ ਕਰਨਗੇ। ਪਰ ਇਸ ਵੇਲੇ ਮੈਂ ਜਿੱਥੇ ਮੌਜੂਦ ਹਾਂ ਕਜ਼ਾਰੀਆ ਟਾਇਲਸ, ਉਹ ਜਗ੍ਹਾ ਜਿੱਥੇ ਹਮੇਸ਼ਾ SKM ਦੀ ਮੀਟਿੰਗ ਹੁੰਦੀ ਹੈ, ਜਿੱਥੇ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੁੰਦੀ ਹੈ, ਉੱਥੋਂ ਦਾ ਕੁਝ ਮਾਹੌਲ ਜਿਹੜਾ ਤੁਸੀਂ ਦੇਖਿਆ ਹੋਊਗਾ ਕਿਵੇਂ ਦਾ ਮਾਹੌਲ ਹੈ। ਇੱਥੇ ਲੋਕ ਲਗਾਤਾਰ ਨਾਅਰੇ ਲਗਾ ਰਹੇ ਨੇ ਔਰ ਰੌਣਕ ਜਿਹੜੀ ਆ ਉਹ ਲੱਗੀ ਹੋਈ ਆ। ਹਾਲਾਂਕਿ ਫਾਈਨਲ ਜਿਹੜਾ ਐਲਾਨ ਨਹੀਂ ਹੋਇਆ, ਪਰ ਕਿਉਂਕਿ ਅੰਦਾਜ਼ਾ ਲੱਗ ਚੁੱਕਿਆ ਹੋਇਆ ਚਿੱਠੀ ਦੇ ਉੱਤੇ ਜਿਹੜੀ ਸਰਕਾਰ ਮੰਨ ਚੁੱਕੀ ਹੋਈ ਸੀ ਤੇ ਇਹ ਵੀ ਕਲੀਅਰ ਸੀ ਕਿ ਹੁਣ ਜਿਹੜੀ ਆ ਸਰਕਾਰ ਉਹ ਫਾਈਨਲ ਜਿਹੜਾ ਐਲਾਨ ਕਰੂਗੀ ਖੁਸ਼ੀ ਵਾਲਾ। ਸੋ ਉਹ ਚਿੱਠੀ ਜਿਹੜੀ ਆ ਸਾਈਨਡ ਲੈਟਰ ਆ ਚੁੱਕੀ ਹੋਈ ਆ ਤੇ ਉਸ ਤੋਂ ਬਾਅਦ ਜਿਵੇਂ ਦਾ ਮਾਹੌਲ ਹੈ ਨਾ ਤੁਸੀਂ ਦੇਖ ਸਕਦੇ ਹੋ। ਪਿੱਛੇ ਜਿਹੜੀ ਇੱਕ ਬਿਲਡਿੰਗ ਆ ਉਹਦੇ ਵਿੱਚ SKM ਦੀ ਮੀਟਿੰਗ ਹੋ ਰਹੀ ਆ ਔਰ ਅੱਗੇ ਜਿਹੜੇ ਹੈਗੇ ਆ ਮੋਤਬਰ ਹੈਗੇ ਆ ਔਰ ਮੀਡੀਆ ਵਾਲੇ ਲੋਕ ਹੈਗੇ ਆ ਉਹ ਸਾਰੇ ਦੇ ਸਾਰੇ ਮੌਜੂਦ ਨੇ। ਉਡੀਕ ਕੀਤੀ ਜਾ ਰਹੀ ਹੈ ਕਿ ਕਦੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਚਾਹੇ SKM ਦੇ ਪੂਰੇ ਮੈਂਬਰ ਬਾਹਰ ਆਉਣਗੇ ਤੇ ਕਦੋਂ ਜਿਹੜਾ ਫਾਈਨਲ ਐਲਾਨ ਹੋਊਗਾ ਤੇ ਉਸ ਤੋਂ ਬਾਅਦ ਕੂਚ ਕੀਤਾ ਜਾ ਸਕਦਾ। ਇੱਥੇ ਹਰਿਆਣੇ ਦੇ ਕੁਝ ਜਿਹੜੇ ਆ ਆਗੂ ਬੈਠੇ ਹੋਏ ਆ, ਉਹਨਾਂ ਦੇ ਨਾਲ ਗੱਲ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਮਾਹੌਲ ਕੀ ਆ। ਸਤਿ ਸ਼੍ਰੀ ਅਕਾਲ ਸਰ। ਬਹੁਤ ਖੁਸ਼ੀ ਵਾਲਾ ਜਿਹੜਾ ਮਾਹੌਲ ਬਣਿਆ ਹੋਇਆ। ਆਲਮੋਸਟ ਲੋਕਾਂ ਨੂੰ ਪਤਾ ਹੀ ਆ ਕਿ ਹੁਣ ਕੀ ਐਲਾਨ ਹੋਣ ਵਾਲਾ ਹੈ ਤੇ ਇਸ ਵੇਲੇ ਜਿਹੜਾ ਇੰਤਜ਼ਾਰ ਸੀ ਇੱਕ ਸਾਈਨ ਕੀਤੀ ਹੋਈ ਚਿੱਠੀ ਦਾ ਉਹ ਆ ਗਈ ਆ। ਕੀ ਸਰਕਾਰ ਜਿਹੜੀਆਂ ਸਾਰੀਆਂ ਮੰਗਾਂ ਮੰਨ ਗਈ ਹੈ ਤੇ ਫਤਿਹ ਮਾਰਚ ਦਾ ਐਲਾਨ ਕਦੋਂ ਤੱਕ ਦਾ ਹੋ ਸਕਦਾ? नहीं, चिट्ठी अभी तक हमारे हाथ में नहीं आई है। तो बोला जा रहा है कि आ गई है। नहीं, आ गई है, डिस्कस हो रही होगी जब हमारे पास आएगी तभी कहेंगे। SKM की पूरी मीटिंग के बाद जब हमारे 5 मेंबर कमेटी के पास आ गई ना गई वो अलग बात है। जब पूरी डिस्कस होगी उसके बाद ही हमारे हाथ में क्या आया है उसके बाद ही हम बता पाएंगे कि खुशी का माहौल है, किसानों को कितनी इसमें सफलता मिली है या कितनी हमें और लड़ाई लड़नी पड़ेगी। इसके बारे में ये अभी तक आधा अधूरा काम है। इसको हम पूर्ण रूप से खुशी नहीं कहेंगे कि जब किसान 1 साल से अपने हकों की आवाज़ उठाने के लिए दिल्ली के बॉर्डर पर बैठा हुआ था, उस बात को लेकर के पूरे देश दुनिया में इस बात की चर्चा रही कि जो तानाशाह को झुकाने के लिए 1 साल लगा है। अगर हमें और भी समय लगेगा तो हमें इतनी कोई जल्दी नहीं है कि हम अपने घरों की वापसी के लिए आए थे। हम अपने हक लेने के लिए आए हैं। पूरे किसानी हक की जब पूरी तरह से संतुष्टि होगी तो ही किसी तरह का ऐलान किया जाएगा। हम खुश हैं कि जो 3 तरीके से काले कानून को लेकर के सरकार ने बैकफुट पे आई है। उन्होंने पूरे एक समाज से
हाथ जोड़ करके देश के प्रधानमंत्री ने माफ़ी मांगी, उसको उनकी औकात का पता चल गया है कि इस कमेरे वर्ग के साथ आप ये वो उनमें से नहीं है जो कि आप आधी रात को आदेश कर देंगे कि जीएसटी लागू होगी, आधी रात को नोटबंदी का कानून पास कर देंगे, आधी रात को कोरोना की घोषणा कर देंगे। ये देश का पेट भरने वाला अन्नदाता है, ये कीड़ी से लेकर के हाथी तक को पालने वाला इंसान है। इन्होंने कभी ऐसे हाथ नहीं किया, सारी उम्र इनका हाथ ऐसे ही रहा है। ये अन्नदाता, इसको वैसे नहीं कहा जाता। ये जो कल बोला जा रहा था कि जो एक ड्राफ्ट आया था कच्चा, उस पर अभी साइन नहीं हुए थे, पर एक कच्चा ड्राफ्ट आया था, तो उस पर एसकेएम ने सहमति जताई है, संपूर्ण रूप से सहमति जताई है कि हम इससे संतुष्ट हैं। अगर वही ड्राफ्ट फाइनल साइन के साथ यहाँ पहुंच गया होगा, तब क्या उठने की मोर्चा उठाने की बात होगी? अब नहीं, पूर्ण रूप से आपने किसने कह दिया कि सहमति जताई है? वो डिस्कस का विषय था। वो वहाँ से जो ड्राफ्ट आया था वो एसकेएम के 5 मेंबरी कमेटी के पास आया। उस 5 मेंबरी कमेटी ने संयुक्त मोर्चा के सामने रखा, भाई इसमें क्या तरमीन है, क्या और हम ले सकते हैं सरकार से। जहाँ तक भी हम लेंगे वो हमारे संयुक्त मोर्चा के किसान प्रतिनिधियों ने उस पर विचार किया, उसमें जो बदलाव होने की गुंजाइश है वो जहाँ तक भी हम ले सकते हैं। वो इसलिए आया था, आप इस बात को ऐसे प्रचारित मत कीजिए कि वो फाइनल ड्राफ्ट था। फाइनल ड्राफ्ट होता तो हम कल ही कह देते उसके बारे में। पर पीसी में तो यही बोला गया था कि जो ड्राफ्ट आया है उस पे संपूर्ण रूप से एसकेएम की सहमति बन गई। पीसी में कल यहीं पे आगुओं ने, आप भी शायद उसमें बैठे हुए थे, तो ये बोला था अगर वही ड्राफ्ट साइन के साथ आ गया होगा तब भी कोई ऑब्जेक्शन होगा? नहीं, वो तब की जो हमारी तरफ से 3 दिन हो गए इसको आते हुए ड्राफ्ट को। पहले बार भी आया था, पहले दिन में भी वो सरकार की तरफ से तो फाइनली भेज दिया गया था। हम संयुक्त किसान मोर्चा के लीडरों ने, साहिबान नेताओं ने उसके ऊपर विचार विमर्श किया और उनके बिंदुओं पर जो इतराज था वो लिख करके सरकार को भेज दिया था। उसके बाद भी अभी भी कुछ हम मीडिया के सामने नहीं कह सकते, कुछ बातें थी वो हमारे किसानों को उस पर एतराज था, वो रख दी थी बातें। उसके बाद भी वो वापस जाएगा, वो फाइनल होगा ना होगा वो जब सरकार के तरफ से 5 मेंबरी कमेटी को आएगा और 5 मेंबरी कमेटी संयुक्त मोर्चा को एक तरफ पीसी से पहले वो बैठेगी, उसके बाद फाइनल होगा तो ही बात आपको खुशी का माहौल की बात बताएंगे। अब तक तो आधी अधूरी बात है वो, जब तक ऐसे नहीं कहेंगे हम किसी भी में खुशी है। लेकिन खुशी इस बात की है कि जो 3 कृषि काले कानून थी उस पर खुशी है, वो बात मान ली है। जो आधी अधूरी हमारी पेंडिंग बात थी वो अभी अधूरी थी। सरकार जिस तरह से अभी टर्न बाय टर्न आ रही है धीरे धीरे उन चीज़ों पे जो एक किसान मोर्चे को चाहिए, तो क्या लगता है कि अब ये जो 2-4 चीज़ें रह गई हैं उस पर भी मान जाएगी? नहीं मान जाएगी तो सरकार तो पहले दिन ये कह रही थी कि जो 11 राउंड की किसानों की मीटिंग हुई उसमें पूर्ण रूप से कहती थी इसमें काला कानून के नाम से कोई बिंदु कड़ा है ही नहीं। जब बिंदु कड़ा नहीं था तो उसने प्रधानमंत्री ने स्वयं देश के मीडिया के सामने आकर के क्यों माना कि इसमें कानून में हम समझा नहीं पाए। वो पूर्ण रूप से ही कड़ा था, बिंदु दर बिंदु वो कहते रहे कि हमारे किसान नेताओं की अगर वीडियो वो लाइव कर दी जाए तो सरकार उसमें पहले रूप से ही हार चुकी थी। लेकिन इनका अहंकार था, इनको ये घमंड था कि पूर्ण रूप से हमारा बहुमत की सरकार है, हम जो चाहेंगे वो करेंगे। वो ये पूरे कमेरे वर्ग ने पूरे देश के और दुनिया का आंदोलन बन चुका है, इसने टक्कर दी और उन्होंने सरकार को तानाशाह सरकार को कहेंगे हमने उसको हराने का काम किया। और जो पॉइंट दर पॉइंट की बात करते हैं उन्हीं पॉइंटों के ऊपर हमारे द्वारा ये बिंदु रखे गए थे जो कल वो आज वापस जा रहे हैं सरकार के पास। उनके बाद ही जो बात आएगी वो आपको बता दी जाएगी। तो ਇਹਨਾਂ ਨੇ ਇਹੀ ਦੱਸਿਆ ਹੋਇਆ ਕਿ ਕੁਝ ਜਿਹੜੇ ਪੁਆਇੰਟਸ ਹੈਗੇ ਜਿਹਦੇ ਉੱਤੇ ਸਰਕਾਰ ਜਿਹੜੀ ਆ ਚਰਚਾ ਕਰ ਰਹੀ ਆ, ਪਰ ਇਹਨਾਂ ਚੀਜ਼ਾਂ ਦੇ ਦਰਮਿਆਨ ਵੀ ਬਹੁਤ ਪੋਜ਼ਿਟਿਵ ਜਿਹੜਾ ਰਿਸਪੌਂਸ ਕਿਤੇ ਨਾ ਕਿਤੇ ਐਸਕੇਐਮ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਆਲਮੋਸਟ ਸਾਰੀਆਂ ਮੰਗਾਂ ਮੰਨ ਰਹੀ ਆ। ਕੁਝ ਇੱਕ ਚੀਜ਼ਾਂ ਦੇ ਉੱਤੇ ਜਿੱਥੇ ਸਰਕਾਰ ਨੂੰ ਲੱਗਦਾ ਹੈ ਕਿ ਕੁਝ ਚੀਟਿੰਗ ਹੋ ਸਕਦੀ ਆ, ਕਿਸਾਨ ਮੋਰਚੇ ਨੂੰ ਲੱਗਦਾ ਕਿ ਕੁਝ ਚੀਟਿੰਗ ਹੋ ਸਕਦੀ ਆ, ਸਰਕਾਰ ਕੁਝ ਜਿਹੜੀ ਆ ਚੀਟਿੰਗ ਕਰ ਸਕਦੀ ਆ, ਉੱਥੇ ਪਹਿਲਾਂ ਹੀ ਵਿਚਾਰਿਆ ਜਾ ਰਿਹਾ। ਔਰ ਇਹਨਾਂ ਸਾਰੀਆਂ ਚੀਜ਼ਾਂ ਦੇ ਦਰਮਿਆਨ ਤਸਵੀਰਾਂ ਇੱਕ ਵਾਰੀ ਦੇਖ ਲਓ ਕਜ਼ਾਰੀਆ ਟਾਇਲਸ ਜਿੱਥੇ ਹਮੇਸ਼ਾ ਇਕੱਠ ਹੁੰਦਾ ਹੈ, ਹਮੇਸ਼ਾ ਜਿੱਥੇ ਆ ਮੀਟਿੰਗ ਹੁੰਦੀ ਆ। ਅੱਜ ਜਿਹੜੀ ਹੈ ਮੀਟਿੰਗ ਫਿਰ ਤੋਂ ਚੱਲ ਰਹੀ ਹੈ ਔਰ ਮੀਟਿੰਗ ਚੱਲਣ ਤੋਂ ਬਾਅਦ ਤਸਵੀਰਾਂ ਦੇਖੋ ਬਾਹਰ ਮੀਡੀਆ ਦਾ ਜਿਹੜਾ ਜਮਾਵੜਾ ਲੱਗਿਆ ਹੋਇਆ ਹੈ ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਮੀਡੀਆ ਪਿਛਲੇ 2-3 ਦਿਨ ਤੋਂ ਲਗਾਤਾਰ ਪਹੁੰਚ ਰਿਹਾ, ਕਿਉਂਕਿ ਕਿਤੇ ਨਾ ਕਿਤੇ ਇਹ ਹੈ ਕਿ ਫਾਈਨਲ ਜਿਹੜੀ ਆ ਕਾਲ ਜਿਹੜੀ ਆ ਦਿੱਤੀ ਜਾ ਸਕਦੀ ਹੈ, ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਜਾ ਸਕਦਾ ਹੈ ਕਿ ਜਿੱਤ ਦਰਜ ਹੋ ਗਈ ਹੈ ਔਰ ਘਰਾਂ ਨੂੰ ਵਾਪਸੀ ਹੋਣੀ ਹੈ। ਸੋ ਇਸ ਐਲਾਨ ਦੇ ਤਾਕ ਦੇ ਵਿੱਚ 2-3 ਦਿਨ ਤੋਂ ਲਗਾਤਾਰ ਰੌਣਕ ਲੱਗੀ ਹੋਈ ਹੈ ਔਰ ਤੁਸੀਂ ਦੇਖਿਆ ਹੋਊਗਾ ਤਸਵੀਰਾਂ ਦੇ ਕਿ
ਜਿਸ ਤਰੀਕੇ ਦੇ ਨਾਲ ਪਹਿਲਾਂ ਸਟੇਜ ਦੇ ਕੋਲੇ ਬਹੁਤ ਇਕੱਠ ਹੁੰਦਾ ਸੀ, ਹੁਣ ਜਿੱਥੇ ਕਜ਼ਾਰੀਆ ਟਾਈਲ ਦੇ ਵਿੱਚ ਮੀਟਿੰਗ ਹੁੰਦੀ ਹੈ ਉਹਦੇ ਬਾਹਰ ਬੜਾ ਵੱਡਾ ਇਕੱਠ ਹੁੰਦਾ ਬਜ਼ੁਰਗਾਂ ਦਾ, ਨੌਜਵਾਨਾਂ ਦਾ, ਇਹ ਜਾਣਨ ਦੇ ਲਈ ਕਿ ਫਾਈਨਲ ਫੈਸਲਾ ਜਿਹੜਾ ਉਹ ਕੀ ਆਉਂਦਾ, ਖੁਸ਼ੀ ਵਾਲਾ ਫੈਸਲਾ ਕਦੋਂ ਆਉਂਦਾ। ਪਰ ਫਿਰ ਇੱਥੇ ਮੈਂ ਦੱਸ ਦਿਆਂ ਇੱਕ ਵਾਰੀ ਕਿ ਕਿਸਾਨ ਆਗੂ ਫੂਕ ਕੇ ਕਦਮ ਰੱਖ ਰਹੇ ਨੇ ਕਿ ਕਿਤੇ ਵੀ ਕੋਈ ਵੀ ਕਾਲੀ ਦੇ ਵਿੱਚ, ਖੁਸ਼ੀ ਦੇ ਵਿੱਚ ਇਹੋ ਜਿਹਾ ਫੈਸਲਾ ਨਾ ਲੈ ਲਿਆ ਜਾਵੇ ਕਿ ਜਿਹਦੇ ਵਿੱਚ ਸਰਕਾਰ ਫਿਰ ਤੋਂ ਕੋਈ ਚਲਾਕੀ ਖੇਡ ਜਾਵੇ। ਔਰ ਇਸ ਲਈ ਪਿਛਲੇ 2-3 ਦਿਨ ਤੋਂ ਲਗਾਤਾਰ ਲੱਗ ਰਿਹਾ ਸੀ ਕਿ ਅੱਜ ਆਖਰੀ ਦਿਨ ਆ, ਅੱਜ ਆਖਰੀ ਦਿਨ ਉਹਦੇ ਬਾਵਜੂਦ ਰੋਕਣਾ ਪੈ ਰਿਹਾ ਕਿਸਾਨਾਂ ਨੂੰ, ਆਪਣੇ ਆਗੂਆਂ ਨੂੰ, ਆਪਣੇ ਕਿਸਾਨਾਂ ਨੂੰ, ਤਾਂ ਕਿ ਉਹ ਇੱਥੇ ਟਿਕੇ ਰਹਿਣ ਔਰ ਟਿਕ ਕੇ ਫਾਈਨਲ ਫੈਸਲਾ ਕਾਗਜ਼ੀ ਲਿਖਤੀ ਕਾਰਵਾਈ ਦੇ ਨਾਲ ਲੈ ਕੇ ਜਾਣ। ਸੋ ਮੈਂ ਇੱਕ ਖਬਰ ਤਾਂ ਇਹੀ ਆਈ ਹੈ ਕਿ ਅੰਦਰ ਜਿਹੜੀ ਆ ਚਿੱਠੀ ਪਹੁੰਚ ਚੁੱਕੀ ਹੋਈ ਆ, ਪਰ ਜਿਸ ਤਰੀਕੇ ਨਾਲ ਹਰਿਆਣਵੀ ਆਗੂ ਕਹਿ ਰਹੇ ਨੇ ਕਿ ਅਜੇ ਇਹਦੇ ਉੱਤੇ ਅਸੀਂ ਕੁਝ ਵੀ ਫਾਈਨਲ ਜਾਣਕਾਰੀ ਨਹੀਂ ਦੇਵਾਂਗੇ। ਪਰ ਇਹ ਦੇਖਣਾ ਹੋਊਗਾ ਕਿ ਜੇ ਚਿੱਠੀ ਆ ਗਈ ਔਰ ਜਿਸ ਤਰੀਕੇ ਨਾਲ ਜਿਹੜਾ ਡਰਾਫਟ, ਇੱਕ ਕੱਚਾ ਡਰਾਫਟ ਸਰਕਾਰ ਨੇ ਭੇਜਿਆ ਸੀ, ਉਹਦੇ ਉੱਤੇ ਸਾਰੀਆਂ ਮੰਗਾਂ ਤਕਰੀਬਨ ਮੰਨ ਲਈਆਂ ਸੀ। ਜੇ ਉਸੇ ਡਰਾਫਟ ਨੂੰ ਸਾਈਨ ਕਰਕੇ ਭੇਜ ਦਿੱਤਾ ਜਾਂਦਾ ਜਿਸ ਤਰੀਕੇ ਨਾਲ ਕੱਲ੍ਹ ਵਾਲੀ ਪੀਸੀ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਪੂਰਨ ਰੂਪ ਦੇ ਵਿੱਚ ਸਹਿਮਤ ਹਾਂ, ਜੇ ਉਹੀ ਡਰਾਫਟ ਸਾਈਨ ਕਰਕੇ ਵਾਪਸ ਆ ਜਾਂਦਾ ਤੇ ਫਿਰ 11 ਤਰੀਕ ਨੂੰ ਜਿਹੜਾ ਫਤਿਹ ਮਾਰਚ ਦਾ ਐਲਾਨ ਹੋ ਸਕਦਾ ਔਰ ਉਸ ਤੋਂ 2 ਦਿਨ ਬਾਅਦ ਦਾ ਦਰਬਾਰ ਸਾਹਿਬ ਜਾਣ ਦਾ, ਨਤਮਸਤਕ ਹੋਣ ਦਾ ਐਲਾਨ ਹੋ ਸਕਦਾ। ਸੋ ਇਹ ਸਾਰਾ ਕੁਝ ਦੀ ਜਾਣਕਾਰੀ ਤੁਹਾਨੂੰ ਲਗਾਤਾਰ ਦਿੰਦੇ ਰਹਾਂਗੇ। ਤਦ ਤੱਕ ਜੁੜੇ ਰਹੋ ਆਨਰ ਦੇ ਨਾਲ। ਫਿਲਹਾਲ ਦਿਓ ਇਜਾਜ਼ਤ। ਮੈਂ ਰਮਨਪੁਰ, ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ, ਸਿੰਘ ਬਾਰਡਰ ਤੋਂ।